हाँ जी स्टूडेंट्स, वेलकम अगेन। साडा अगला टॉपिक है लिंग बराबरता, जेंडर इक्विटी। इस दा मीनिंग, डेफिनेशन ते करैक्टरिस्टिक्स करनियां ने असीं अज। सब तो पहला असीं इहदा मीनिंग करांगे लिंग बराबरता दा अर्थ। लिंग बराबरता की हुंदी है? लिंग बराबरता लिंग दे आधार ते बिना किसी वितकरे दे पुरुषां ਅਤੇ ਔਰਤਾਂ ਦੋਹਾਂ ਦੁਆਰਾ ਪ੍ਰਦਾਨ ਕੀਤੇ ਸਰੋਤਾਂ ਅਤੇ ਪ੍ਰੋਗਰਾਮਾਂ ਅਤੇ ਫੈਸਲਿਆਂ ਦੀ ਵੰਡ ਕਰਨ ਦੀ ਪ੍ਰਕਿਰਿਆ ਹੈ, ਜੋ ਕਿ ਉਪਲਬਧ ਫਾਇਦਿਆਂ ਵਿੱਚ ਕਿਸੇ ਵੀ ਅਸੰਤੁਲਨ ਨੂੰ ਸੰਬੋਧਿਤ ਕਰਦੀ ਹੈ। ਇਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਸ ਦੇ ਆਧਾਰ ਜਿਹੜੀ ਕਿ ਲਿੰਗ ਦੇ ਆਧਾਰ 'ਤੇ ਬਰਾਬਰਤਾ ਲੈ ਕੇ ਆਉਂਦੀ ਆ, ਬਿਨਾਂ ਕਿਸੇ ਭੇਦਭਾਵ ਦੇ ਔਰਤਾਂ ਅਤੇ ਪੁਰਸ਼ਾਂ ਦੋਹਾਂ ਨੂੰ ਜਿਹੜੇ ਸਰੋਤ ਨੇ, ਪ੍ਰੋਗਰਾਮ ਨੇ, ਜੇ ਫੈਸਲੇ ਨੇ, ਉਹਨਾਂ ਦੇ ਵਿੱਚ ਬਰਾਬਰ ਦੇ ਭਾਗੀਦਾਰ ਬਣਾਉਂਦੀ ਆ। ਇਸ ਲਈ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਹਰੇਕ ਨੂੰ ਸਮਾਜਿਕ, ਮਨੋਵਿਗਿਆਨਿਕ ਅਤੇ ਸਰੀਰਕ ਲਾਭ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣ। ਲਿੰਗ ਬਰਾਬਰਤਾ ਲਈ ਮੁੰਡੇ ਅਤੇ ਕੁੜੀਆਂ ਨੂੰ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੀ ਕਿਰਿਆ ਲਈ ਪੂਰੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਇਹ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੋਣੀ ਚਾਹੀਦੀ ਹੈ। ਮੀਨਸ ਮੁੰਡੇ ਤੇ ਕੁੜੀਆਂ ਦੀਆਂ ਸਾਰੀਆਂ ਜੋ ਲੋੜਾਂ ਨੇ ਗਤੀਵਿਧੀਆਂ ਦੇ ਵਿੱਚ, ਪ੍ਰੋਗਰਾਮਾਂ ਦੇ ਵਿੱਚ, ਕਿਰਿਆਵਾਂ ਦੇ ਵਿੱਚ, ਇਹ ਲੋੜਾਂ ਨੂੰ ਪੂਰਾ ਕਰਦੀ ਹੋਣੀ ਚਾਹੀਦੀ ਹੈ। ਇਸ ਲਈ ਲਿੰਗ ਬਰਾਬਰਤਾ ਔਰਤਾਂ ਅਤੇ ਮਰਦਾਂ ਨਾਲ ਵਰਤਾਏ ਜਾਣ ਵਾਲੇ ਵਤੀਰੇ ਅਤੇ ਇਸ ਦੀ ਨਿਰਪੱਖਤਾ ਅਰਥ ਸਪਸ਼ਟ ਕਰਦੇ ਹਨ। ਤਾਂ ਇਹ ਜਿਹੜੀ ਬਰਾਬਰਤਾ, ਇਹ ਲਿੰਗ ਦੀ ਬਰਾਬਰਤਾ ਨੂੰ ਜੈਂਡਰ ਇਕੁਇਟੀ ਬੋਲਦੇ ਨੇ, ਅਤੇ ਲਿੰਗ ਦੀ ਸਮਾਨਤਾ ਨੂੰ ਜੈਂਡਰ ਇਕੁਐਲਿਟੀ ਬੋਲਦੇ ਨੇ। ਤਾਂ ਇਸ ਟੌਪਿਕ ਦੇ ਵਿੱਚ ਕਈ ਵਾਰੀ ਸਟੂਡੈਂਟਸ ਨੂੰ ਕਨਫਿਊਜ਼ਨ ਹੋ ਜਾਂਦੀ ਆ। ਹੁਣ ਅਸੀਂ ਇਸ ਦੀ ਡੈਫੀਨੇਸ਼ਨ ਕਰਾਂਗੇ ਯੂਨੈਸਕੋ ਅਨੁਸਾਰ। ਲਿੰਗ ਬਰਾਬਰਤਾ ਔਰਤਾਂ ਅਤੇ ਪੁਰਸ਼ਾਂ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਅਤੇ ਨਿਰਪੱਖ ਹੋਣ ਦੀ ਪ੍ਰਕਿਰਿਆ ਹੈ, ਜਿਸ ਵਾਸਤੇ ਸਮਾਜਿਕ ਅਤੇ ਇਤਿਹਾਸਿਕ ਨੁਕਸਾਨਾਂ ਦੀ ਪੂਰਤੀ ਲਈ ਉਪਾਅ ਕੀਤੇ ਜਾਣੇ ਚਾਹੀਦੇ ਹਨ। ਅੱਗੇ WHO ਦੀ ਡੈਫੀਨੇਸ਼ਨ ਹੈ ਸਾਡੇ ਕੋਲ। ਲਿੰਗ ਬਰਾਬਰਤਾ ਪੁਰਸ਼ਾਂ ਅਤੇ ਔਰਤਾਂ ਵਿੱਚ ਲਾਭਾਂ ਅਤੇ ਜ਼ਿੰਮੇਵਾਰੀਆਂ ਦੀ ਵੰਡ ਵਿੱਚ ਨਿਰਪੱਖਤਾ ਅਤੇ ਨਿਆਂ ਹੈ। ਇਹਦਾ ਮਤਲਬ ਇਹ ਹੋਇਆ ਕਿ ਲਿੰਗ ਬਰਾਬਰਤਾ ਉਹ ਆ ਜਿਹੜੀ ਪੁਰਸ਼ਾਂ ਅਤੇ ਔਰਤਾਂ ਨੂੰ ਆਪਸ ਵਿੱਚ ਬਰਾਬਰ ਦੇ ਅਧਿਕਾਰ ਦੇਣ ਦੇ ਪੱਖ 'ਚ ਆ, ਅਤੇ ਨਾਲ ਦੀ ਨਾਲ ਬਰਾਬਰ ਦੀਆਂ ਜ਼ਿੰਮੇਵਾਰੀਆਂ ਦੇਣ ਦੇ ਵੀ ਪੱਖ 'ਚ ਹੈ। ਤਾਂ ਇੱਥੇ ਇਹ ਕਿਹਾ ਗਿਆ ਕਿ ਮੁੰਡੇ ਅਤੇ ਕੁੜੀਆਂ ਨੂੰ ਕਦੇ ਵੀ ਜੈਂਡਰ ਦੇ ਬੇਸ 'ਤੇ ਜਿਹੜਾ ਇਹ ਲਿੰਗ ਦੇ ਆਧਾਰ 'ਤੇ ਕਿਸੇ ਨੂੰ ਘੱਟ ਜਾਂ ਕਿਸੇ ਨੂੰ ਵੱਧ ਨਹੀਂ ਸਮਝਣਾ ਚਾਹੀਦਾ। ਨਾ ਹੀ ਕਾਨੂੰਨ ਦੇ ਦਾਇਰੇ 'ਚ ਇਹ ਦੇਖਣਾ ਚਾਹੀਦਾ ਕਿ ਔਰਤਾਂ ਅਤੇ ਮਰਦਾਂ ਦੇ ਵਿੱਚ ਅਸੀਂ ਡਿਫਰੈਂਸ਼ੀਏਸ਼ਨ ਕਰੀਏ। ਤਾਂ ਸਭ ਨੂੰ ਬਰਾਬਰ ਦੇ ਮੌਕੇ ਅਤੇ ਬਰਾਬਰ ਦੇ ਹੱਕ ਅਤੇ ਅਧਿਕਾਰ ਅਤੇ ਬਰਾਬਰ ਦੇ ਫਰਜ਼ ਨੇ ਜਿਹੜੇ ਉਹ ਮਿਲਣੇ ਚਾਹੀਦੇ ਨੇ। ਅੱਗੇ ਅਸੀਂ ਇਸ ਦੀਆਂ ਵਿਸ਼ੇਸ਼ਤਾਵਾਂ ਕਰਦੇ ਹਾਂ। ਹਾਂਜੀ, ਅੱਗੇ ਸਾਡੇ ਕੋਲ ਕਰੈਕਟਰਿਸਟਿਕਸ ਨੇ ਜੈਂਡਰ ਇਕੁਇਟੀ ਦੀਆਂ। ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈਗੀ ਹੈ ਸੁਭਾਅ ਵਿੱਚ ਵਿਅਕਤੀਗਤ, ਸਬਜੈਕਟਿਵ ਇਨ ਨੇਚਰ। ਜੈਂਡਰ ਇਕੁਇਟੀ ਆ ਜਿਹੜੀ ਉਹ ਵਿਅਕਤੀਗਤ ਹੁੰਦੀ ਆ। ਲਿੰਗ ਬਰਾਬਰਤਾ ਜਿਹੜੀ ਵਿਅਕਤੀਗਤ ਹੁੰਦੀ ਆ, ਇਹ ਸਾਰਿਆਂ 'ਤੇ ਇੱਕ ਸਮਾਨ ਲਾਗੂ ਨਹੀਂ ਹੁੰਦੀ। ਇਹ ਜਿਹੜੇ ਇੰਡੀਵਿਜੂਅਲੀ ਲਾਗੂ ਹੁੰਦੀ ਆ, ਕਿਉਂਕਿ ਹਰੇਕ ਵਿਅਕਤੀ ਦੀ ਲੋੜ ਅਤੇ ਜ਼ਰੂਰਤ ਆ ਜਿਹੜੀ ਉਹ ਅਲੱਗ-ਅਲੱਗ ਹੁੰਦੀ ਆ। ਤਾਂ ਇਸ ਲਈ ਇਹ ਸਬਜੈਕਟਿਵ ਹੁੰਦੀ ਆ ਨੇਚਰ ਦੇ ਵਿੱਚ। ਫਿਰ ਹੈ ਫੇਅਰਨੈਸ, ਨਿਰਪੱਖਤਾ। ਤਾਂ ਅਸੀਂ ਜਿਵੇਂ ਨਾਮ ਤੋਂ ਹੀ ਸਪਸ਼ਟ ਆ ਸਾਨੂੰ ਲਿੰਗ ਬਰਾਬਰਤਾ, ਤਾਂ ਇਹ ਬਰਾਬਰਤਾ ਦਾ ਭਾਵ ਦਰਸਾਉਂਦੀ ਆ, ਮੁੰਡੇ ਅਤੇ ਕੁੜੀਆਂ ਦੇ ਫਰਕ ਨੂੰ ਦੂਰ ਕਰਦੀ ਆ। ਫਿਰ ਹੈਗਾ ਇਨਕਲਸ਼ਨ, ਸ਼ਮੂਲੀਅਤ। ਲਿੰਗ ਬਰਾਬਰਤਾ ਦੀ ਵਿਸ਼ੇਸ਼ਤਾ ਇਹ ਕਿ ਇਹ ਮਰਦਾਂ ਅਤੇ ਔਰਤਾਂ ਦੀ ਸਮਾਜ ਵਿੱਚ ਬਰਾਬਰ ਸ਼ਮੂਲੀਅਤ ਨੂੰ ਦਰਸਾਉਂਦੀ ਹੈ।
ਬਰਾਬਰ ਦੇ ਕੰਮਕਾਰਾਂ ਨੂੰ ਦਰਸਾਉਂਦੀ ਆ ਅਤੇ ਬਰਾਬਰ ਦੀ ਅਹਿਮੀਅਤ ਨੂੰ ਦਰਸਾਉਂਦੀ ਆ। ਫਿਰ ਹੈਗਾ ਕੁਆਲਿਟੀ ਆਫ ਲਾਈਫ, ਜੀਵਨ ਦੀ ਕੁਆਲਿਟੀ। ਜਦੋਂ ਲਿੰਗ ਬਰਾਬਰਤਾ ਆਉਂਦੀ ਆ ਤਾਂ ਲਾਈਫ ਜਿਹੜੀ ਕੁਆਲਿਟੀ ਦੀ ਲਾਈਫ ਆ ਉਹ ਜਿਉਂਦੇ ਹਾਂ ਅਸੀਂ, ਤਾਂ ਜੀਵਨ ਦੀ ਜਿਹੜੀ ਗੁਣਵੱਤਾ ਹੈ ਉਹਦੇ ਵਿੱਚ ਸੁਧਾਰ ਆਉਂਦਾ ਹੈ। ਕਿਉਂਕਿ ਜਿਹੜੇ ਕਨਫਲਿਕਟਸ ਹੁੰਦੇ ਨੇ ਸਮਾਜ ਦੇ ਵਿੱਚ ਮਰਦਾਂ ਔਰਤਾਂ ਦੇ, ਉਹ ਦੂਰ ਹੋ ਜਾਂਦੇ ਨੇ ਅਤੇ ਲਾਈਫ ਆ ਜਿਹੜੀ ਅਗਾਂਹ ਵਧੂ ਤਰੀਕੇ ਨਾਲ ਜਿਉਈ ਜਾਂਦੀ ਆ। ਫਿਰ ਹੈ ਜੀਵਨ ਦੇ ਨਤੀਜਿਆਂ ਦੀ ਬਰਾਬਰੀ, ਇਕੁਇਵੈਲੈਂਸ ਆਫ ਲਾਈਫ ਆਊਟਕਮਸ। ਜਿਹੜੇ ਲਾਈਫ ਦੇ ਆਊਟਕਮਸ ਨਿਕਲਦੇ ਨੇ ਸਮਾਜ ਦੇ ਵਿੱਚ, ਉਹ ਉਹਨਾਂ ਦੀ ਇੱਕ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਉਹ ਬਰਾਬਰ ਦੀ ਜ਼ਿੰਮੇਵਾਰੀ ਹੁੰਦੀ ਆ ਔਰਤਾਂ ਤੇ ਮਰਦਾਂ ਦੀ। ਕਿਉਂਕਿ ਉਹਨਾਂ ਨੂੰ ਜਦੋਂ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਨੇ, ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੀਆਂ ਜ਼ਰੂਰਤਾਂ ਦਾ ਬਰਾਬਰ ਹੀ ਖਿਆਲ ਰੱਖਿਆ ਜਾਂਦਾ, ਤਾਂ ਜੀਵਨ ਦੇ ਨਤੀਜਿਆਂ ਵਿੱਚ ਵੀ ਬਰਾਬਰਤਾ ਆਉਂਦੀ ਹੈ। ਫਿਰ ਇਹ ਸਮਾਜ ਵਿੱਚ ਤਬਦੀਲੀ, ਚੇਂਜ ਇਨ ਸੁਸਾਇਟੀ। ਜਦੋਂ ਮਰਦਾਂ ਅਤੇ ਔਰਤਾਂ ਦੇ ਰੁਤਬਿਆਂ ਵਿੱਚ ਸਮਾਨਤਾ ਹੋਊਗੀ, ਬਰਾਬਰਤਾ ਹੋਊਗੀ, ਤਾਂ ਸੁਸਾਇਟੀ ਵਿੱਚ ਵੀ ਚੇਂਜ ਆਊਗੀ, ਸਮਾਜ ਵੀ ਬਦਲੂਗਾ। ਤਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਉਲਝੇ ਰਹਿੰਦੇ ਹਾਂ ਕਿ ਇਹ ਮੁੰਡਾ ਹੈ, ਇਹ ਕੁੜੀ ਆ, ਇਹਨਾਂ ਨੂੰ ਇਹ ਕੰਮ ਦੇਣੇ ਨੇ, ਕੁੜੀਆਂ ਨੂੰ ਇਹ ਕੰਮ ਨਹੀਂ ਦੇਣੇ। ਤਾਂ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਅਸੀਂ ਜੈਂਡਰ ਇਕੁਇਟੀ ਦੀ ਗੱਲ ਕਰਦੇ ਹਾਂ ਤਾਂ ਸਮਾਜ ਵਿੱਚ ਤਬਦੀਲੀ ਲੈ ਕੇ ਪੋਜ਼ਿਟਿਵ ਤਬਦੀਲੀ ਲੈ ਕੇ ਆਉਣ ਲਈ ਸਹਾਇਕ ਆ। ਫਿਰ ਹੈ ਇਕੁਅਲਿਟੀ ਇਨ ਓਪਰਚੁਨਿਟੀਜ਼, ਅਵਸਰਾਂ ਦੀ ਸਮਾਨਤਾ। ਜਿਹੜੀ ਜੈਂਡਰ ਇਕੁਇਟੀ ਆ ਉਹ ਅਵਸਰਾਂ ਦੀ ਸਮਾਨਤਾ ਲੈ ਕੇ ਆਉਂਦੀ ਆ। ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਨੇ ਕੰਮਾਂ ਕਾਰਾਂ ਦੇ ਵਿੱਚ, ਅਤੇ ਬਰਾਬਰ ਦੀ ਮਿਹਨਤ ਕਰਨ ਦਾ ਅਵਸਰ ਦਿੱਤਾ ਜਾਂਦਾ ਹੈ। ਅੱਗੇ ਹੈਗਾ ਨੀਡ ਬੇਸਡ, ਲੋੜ ਆਧਾਰਿਤ। ਜਿਹੜੀ ਜੈਂਡਰ ਇਕੁਇਟੀ ਆ ਉਹ ਲੋੜ ਆਧਾਰਿਤ ਹੁੰਦੀ ਆ, ਕਿਉਂਕਿ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਜੇ ਡਰਾਈਵਰੀ ਕਰਨਾ ਮਰਦਾਂ ਦਾ ਹੱਕ ਹੈ ਤਾਂ ਔਰਤਾਂ ਨਹੀਂ ਕਰ ਸਕਦੀਆਂ ਨੇ। ਪਰ ਜਿੱਥੇ ਸਮਾਜ ਦੇ ਵਿੱਚ ਜਿਹੜੇ ਲਿੰਗ ਦੀ ਜ਼ਰੂਰਤ ਹੁੰਦੀ ਆ ਜਿਹੜੇ ਕੰਮ ਦੇ ਵਿੱਚ, ਉਸ ਦੇ ਵਿੱਚ ਹੀ ਉਸ ਨੂੰ ਫਿੱਟ ਕਰ ਦਿੱਤਾ ਜਾਂਦਾ ਹੈ। ਤਾਂ ਸਮਾਜ ਦੀ ਲੋੜ ਦੇ ਮੁਤਾਬਕ ਜਦੋਂ ਅਸੀਂ ਜੈਂਡਰ ਇਕੁਇਟੀ ਕਰਦੇ ਹਾਂ ਜਾਂ ਜੈਂਡਰ ਵਿੱਚ ਬਰਾਬਰਤਾ ਲੈ ਕੇ ਆਉਂਦੇ ਹਾਂ ਤਾਂ ਉਸ ਨੂੰ ਲੋੜ ਆਧਾਰਿਤ ਕਿਹਾ ਜਾਂਦਾ ਹੈ। ਫਿਰ ਹੈ ਪੋਜ਼ਿਟਿਵ ਅਪਰੋਚ, ਸਕਾਰਾਤਮਕ ਪਹੁੰਚ। ਕਿਉਂਕਿ ਇਹ ਲਿੰਗ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ ਭਾਸ਼ਾ ਦੇ ਕਲਚਰ ਦੇ ਆਧਾਰ 'ਤੇ, ਕਿਸੇ ਵੀ ਆਧਾਰ 'ਤੇ ਇਹ ਵਿਤਕਰਾ ਨਹੀਂ ਹੁੰਦਾ ਇੱਥੇ। ਤਾਂ ਇਹ ਪੋਜ਼ਿਟਿਵ ਅਪਰੋਚ ਮੰਨੀ ਜਾਂਦੀ ਹੈ, ਸਕਾਰਾਤਮਕ ਪਹੁੰਚ ਮੰਨੀ ਜਾਂਦੀ ਹੈ। ਫਿਰ ਹੈ ਫਿਊਚਰ ਓਰੀਐਂਟਡ, ਭਵਿੱਖ ਮੁਖੀ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਕਮੇਟੀਜ਼ ਨੇ, ਪਾਲਿਸੀ ਮੇਕਰਸ ਨੇ ਜਿਹੜੇ, ਉਹਨਾਂ ਨੇ ਇਹ ਜਿਹੜਾ ਕਨਸੈਪਟ ਆ ਉਹ ਲੈ ਕੇ ਆਂਦਾ ਹੈ ਸਾਡੇ ਕੰਟਰੀ ਦੇ ਵਿੱਚ ਲਿੰਗ ਬਰਾਬਰਤਾ ਦਾ। ਤਾਂ ਇੱਥੇ ਇਹ ਦੇਖ ਕੇ ਲੈ ਕੇ ਆਂਦਾ ਕਿ ਫਿਊਚਰ ਜਿਹੜਾ ਹੈ ਉਹ ਸਾਡੇ ਦੇਸ਼ ਦਾ ਪ੍ਰੋਗਰੈਸਿਵ ਹੋਊਗਾ, ਡਿਵੈਲਪਮੈਂਟ ਸਾਡੇ ਦੇਸ਼ ਦੀ ਹੋਊਗੀ ਜੇ ਅਸੀਂ ਮਰਦਾਂ ਅਤੇ ਔਰਤਾਂ ਨੂੰ ਬਰਾਬਰਤਾ ਦਾ ਮੌਕਾ ਦਈਏ। ਫਿਰ ਹੈ ਡਿਵੀਜ਼ਨ ਆਫ ਲੇਬਰ, ਕਿਰਤ ਦੀ ਵੰਡ। ਕਿਉਂਕਿ ਲਿੰਗ ਬਰਾਬਰਤਾ ਸਾਰੇ ਸਮਾਜ ਨੂੰ ਇੱਕ ਸ਼੍ਰੇਣੀ ਵਿੱਚ ਵੰਡਦੀ ਆ, ਤਾਂ ਕਿਰਤ ਦੀ ਵੰਡ ਆ ਜਿਹੜੀ ਇੱਥੇ ਬਰਾਬਰ ਕੀਤੀ ਜਾਂਦੀ ਆ। ਮੁੰਡੇ ਤੇ ਕੁੜੀਆਂ ਦੇ ਵਿੱਚ, ਗਰੀਬ ਤੇ ਅਮੀਰ ਦੇ ਵਿੱਚ, ਸ਼ਹਿਰੀ ਤੇ ਪੇਂਡੂ ਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਤਾਂ ਜਿਹੜੀ ਕਿਰਤ ਦੀ ਵੰਡ ਆ ਉਹ ਸਿਰਫ ਟੈਲੈਂਟ ਦੇ ਬੇਸ 'ਤੇ ਹੁੰਦੀ ਆ, ਨਾ ਕਿ ਜੈਂਡਰ ਦੇ ਬੇਸ 'ਤੇ। ਫਿਰ ਹੈ ਪ੍ਰੋਗਰੈਸਿਵ, ਪ੍ਰਗਤੀਸ਼ੀਲ। ਇਸ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਜਦੋਂ ਸਮਾਜ ਦੇ ਵਿੱਚ ਬਰਾਬਰਤਾ ਆਉਂਦੀ ਆ ਤਾਂ ਸਮਾਜ ਹਮੇਸ਼ਾ ਹੀ ਪ੍ਰਗਤੀ ਕਰਦਾ ਹੈ, ਹਮੇਸ਼ਾ ਹੀ ਡਿਵੈਲਪਮੈਂਟ ਕਰਦਾ ਹੈ। ਤਾਂ ਇਹ ਬਰਾਬਰਤਾ ਦਾ ਮੁੱਦਾ ਹੈ, ਇਸ ਲਈ ਇਹਨੂੰ ਪ੍ਰੋਗਰੈਸਿਵ ਬੋਲਿਆ ਜਾਂਦਾ ਹੈ। ਫਿਰ ਮੋਬਿਲਿਟੀ ਆਫ ਰਿਸੋਰਸਿਸ, ਸਰੋਤਾਂ ਦੀ ਗਤੀਸ਼ੀਲਤਾ। ਸਰੋਤਾਂ ਦੀ ਗਤੀਸ਼ੀਲਤਾ ਨਾਲ ਬਰਾਬਰਤਾ ਕਿਵੇਂ ਆਉਂਦੀ ਆ? ਕਿਉਂਕਿ ਜਿੱਥੇ ਸਾਨੂੰ ਲੱਗਦਾ ਕਿ ਕਿਹੜੀ ਸਾਈਡ, ਜਿਵੇਂ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜਾ ਇਹ ਪਿੰਡਾਂ ਤੋਂ ਸਰੋਤਾਂ ਦੀ ਗਤੀਸ਼ੀਲਤਾ ਸ਼ਹਿਰਾਂ ਵੱਲ ਨੂੰ ਹੋ ਰਹੀ ਆ, ਮੀਨਜ਼ ਲੋਕ ਨੇ ਜਿਹੜੇ ਸ਼ਹਿਰਾਂ ਵੱਲ ਨੂੰ ਮੂਵ ਕਰ ਰਹੇ ਨੇ, ਤਾਂ ਅਸੀਂ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰੀਏ ਕਿ ਜਿਹੜੀ ਸਰੋਤਾਂ ਦੀ ਗਤੀਸ਼ੀਲਤਾ ਹੈ ਉਹ ਥੋੜ੍ਹੀ ਜਿਹੀ ਏਰੀਆ ਵਾਈਜ਼ ਨਾ ਹੋ ਸਕੇ ਅਤੇ ਸਾਰੇ ਦੇਸ਼ ਦੇ ਵਿੱਚ ਵਿਆਪਕ ਜਿਹੜਾ ਇਹ ਪ੍ਰਸਾਰ ਹੈ ਬਰਾਬਰਤਾ ਦਾ ਹੋ ਸਕੇ। ਫਿਰ ਹੈ ਕੰਪਰੀਹੈਂਸਿਵ, ਵਿਆਪਕ। ਕਿਉਂਕਿ ਬਰੋਡ ਕੰਸੈਪਟ ਆ ਇਹ ਲਿੰਗ ਬਰਾਬਰਤਾ ਦਾ, ਹਰੇਕ ਖੇਤਰ ਦੇ ਵਿੱਚ ਬਰਾਬਰਤਾ, ਇਸ ਦਾ ਅਰਥ ਹੈ
ਹਰੇਕ ਖੇਤਰ ਦਾ ਭਾਵ ਸਮਾਜ ਦੇ ਜਿੰਨੇ ਵੀ ਖੇਤਰ ਨੇ, ਚਾਹੇ ਐਜੂਕੇਸ਼ਨ ਆ, ਚਾਹੇ ਸੁਸਾਇਟੀ ਦੇ ਵਿੱਚ ਕੋਈ ਵੀ ਆਸਪੈਕਟ ਆ ਸੋਸਾਇਟੀ ਦਾ, ਸਾਰਿਆਂ ਦੇ ਵਿੱਚ ਇਹ ਜ਼ਰੂਰਤ ਹੈ। ਫਿਰ ਹੈਗਾ ਪ੍ਰੋਡਕਟਿਵ ਇਨ ਨੇਚਰ, ਸੁਭਾਅ ਵਿੱਚ ਉਤਪਾਦਕਤਾ। ਤਾਂ ਲਿੰਗ ਬਰਾਬਰਤਾ ਹੈ, ਕਿਉਂਕਿ ਸਾਰਿਆਂ ਨੇ ਪ੍ਰੋਡਕਟਿਵਿਟੀ ਦੇ ਵਿੱਚ ਲੱਗਣਾ ਹੈ, ਉਤਪਾਦਕਤਾ ਦੇ ਵਿੱਚ ਲੱਗਣਾ ਹੈ, ਤਾਂ ਕੋਈ ਕਨਫਲਿਕਟ ਨਹੀਂ ਹੋਣਗੇ ਸੋਸਾਇਟੀ ਦੇ ਵਿੱਚ। ਲਿੰਗ ਆਧਾਰਿਤ ਕੋਈ ਵੀ ਜਿਹੜੇ ਨੇ ਡਿਸਕ੍ਰਿਮੀਨੇਸ਼ਨਸ ਨਹੀਂ ਹੋਣਗੇ, ਤਾਂ ਅਸੀਂ ਕੀ ਕਹਾਂਗੇ, ਇਸ ਨੂੰ ਸੁਭਾਅ ਵਿੱਚ ਇਹ ਉਤਪਾਦਕਤਾ ਹੈ। ਫਿਰ ਹੈ ਗੁਣਾਤਮਕ, ਕੁਆਲੀਟੇਟਿਵ, ਕਿਉਂਕਿ ਅਸੀਂ ਬਾਕੀ ਵਖਰੇਵਿਆਂ ਨੂੰ ਛੱਡ ਕੇ ਸਾਰਿਆਂ ਨੂੰ ਅਸੀਂ ਪੂਰੀ ਦੀ ਪੂਰੀ ਪ੍ਰੋਗਰੈਸਿਵ ਜਿਹੜੀ ਸੋਚ ਰੱਖਦੇ ਹਾਂ, ਅਸੀਂ ਆਪਣੇ ਸਕਿੱਲ ਨੂੰ ਵਧਾਉਂਦੇ ਹਾਂ ਤਾਂ ਕਿ ਸਾਨੂੰ ਬਰਾਬਰ ਦੇ ਮੌਕੇ ਮਿਲ ਸਕਣ। ਤਾਂ ਇਹ ਗੁਣਾਤਮਕ ਆ। ਆਬਜੈਕਟ ਬੇਸਡ, ਉਦੇਸ਼ ਆਧਾਰਿਤ। ਅਸੀਂ ਲਿੰਗ ਬਰਾਬਰਤਾ ਕਿਉਂ ਲੈ ਕੇ ਆਉਂਦੇ ਹਾਂ ਸਮਾਜ ਦੇ ਵਿੱਚ, ਕਿਉਂ ਜ਼ਰੂਰੀ ਆ ਇਹ, ਕਿਉਂਕਿ ਇਸ ਦਾ ਇੱਕ ਉਦੇਸ਼ ਆ ਕਿ ਸਮਾਜ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਣਾ। ਨੀਡ ਬੇਸਡ, ਲੋੜ ਆਧਾਰਿਤ, ਕਿਉਂਕਿ ਸਮਾਜ ਦੇ ਵਿੱਚ ਇਸ ਦੀ ਜ਼ਰੂਰਤ ਆ, ਸਮਾਜ ਦੇ ਵਿੱਚ ਬਰਾਬਰਤਾ ਦੀ ਲੋੜ ਆ। ਤਾਂ ਜਦੋਂ ਅਸੀਂ ਹੋਰ ਖੇਤਰਾਂ ਦੇ ਵਿੱਚ ਬਰਾਬਰਤਾ ਜਿਹੜੀ ਆ ਉਹ ਲੈ ਕੇ ਆ ਰਹੇ ਹਾਂ, ਤਾਂ ਸਾਨੂੰ ਜੈਂਡਰ ਇਕੁਇਟੀ ਵੀ ਲੈ ਕੇ ਆਉਣੀ ਚਾਹੀਦੀ ਹੈ। ਤਾਂ ਜੈਂਡਰ ਇਕੁਇਟੀ ਕੀ ਆ, ਨੀਡ ਬੇਸਡ ਆ। ਪਾਰਟਿਸਿਪੇਟਿਵ, ਭਾਗੀਦਾਰ, ਕਿਉਂਕਿ ਇਹਦੇ ਵਿੱਚ ਬਰਾਬਰ ਦੇ ਭਾਗੀਦਾਰ ਹੁੰਦੇ ਨੇ ਸਾਰੇ। ਤਾਂ ਇਹਦੇ ਵਿੱਚ ਸਰਕਾਰਾਂ, ਜਨਤਾ, ਪਾਲਿਸੀ ਮੇਕਰਸ ਅਤੇ ਸਾਰੇ ਜਿਹੜੇ ਲੋਕ ਨੇ ਉਹ ਭਾਗੀਦਾਰ ਹੁੰਦੇ ਨੇ ਇਸ ਨੂੰ ਲੈ ਕੇ ਆਉਣ ਦੇ ਵਿੱਚ। ਤਾਂ ਇਹ ਪਾਰਟਿਸਿਪੇਟਿਵ ਆ। ਫਿਰ ਹੈ ਸੂਟੇਬਿਲਿਟੀ ਬੇਸਡ, ਅਨੁਕੂਲਤਾ ਆਧਾਰਿਤ, ਕਿਉਂਕਿ ਇਹ ਸਾਡੇ ਦੇਸ਼ ਲਈ ਅਨੁਕੂਲ ਹੈ। ਜਿੱਥੇ ਲਿੰਗ ਆਧਾਰਿਤ ਡਿਸਕ੍ਰਿਮੀਨੇਸ਼ਨ ਹੁੰਦੇ ਨੇ, ਜਿਹੜੇ ਕੰਟਰੀ ਦੇ ਵਿੱਚ ਲਿੰਗ ਆਧਾਰਿਤ ਵਖਰੇਵੇਂ ਹੈਗੇ ਨੇ, ਤਾਂ ਉਹਨਾਂ ਲਈ ਇਹ ਅਨੁਕੂਲ ਆ ਕਨਸੈਪਟ। ਫਿਰ ਰੈਲੇਵੈਂਟ, ਢੁਕਵੀਂ, ਤਾਂ ਇਹ ਢੁਕਵੀਂ ਅਪਰੋਚ ਆ, ਇੱਕ ਰੈਲੇਵੈਂਟ ਆ ਜਿਹੜੀ ਕਿ ਸਮਾਜ ਦੇ ਵਿੱਚ ਜ਼ਰੂਰੀ ਚਾਹੀਦੀ ਆ। ਫਿਰ ਹੈ ਆਰਗੇਨਾਈਜ਼ਡ, ਸੰਗਠਿਤ, ਇਹ ਇੱਕ ਸੰਗਠਿਤ ਕਿਸਮ ਦੀ ਇਕਾਈ ਆ, ਕਿਉਂਕਿ ਜੋ ਵੀ ਹੱਕ, ਜੋ ਵੀ ਫਰਜ਼ ਜਾਂ ਜੋ ਵੀ ਸਹੂਲਤਾਂ ਮਿਲਦੀਆਂ ਨੇ ਉਹ ਸਭ ਬਰਾਬਰ ਦੀਆਂ ਮਿਲਦੀਆਂ ਨੇ। ਤਾਂ ਸੰਗਠਿਤ ਇਕਾਈ ਮੰਨਿਆ ਜਾਂਦਾ ਇਸ ਨੂੰ। ਹਾਂਜੀ, ਸਾਡਾ ਟੌਪਿਕ ਇੱਥੇ ਖਤਮ ਹੁੰਦਾ ਹੈ। ਮੈਨੂੰ ਉਮੀਦ ਆ ਕਿ ਤੁਹਾਨੂੰ ਟੌਪਿਕ ਸਮਝ ਆਇਆ ਹੋਊਗਾ। ਤਾਂ ਐਗਜ਼ਾਮੀਨੇਸ਼ਨ ਦੇ ਦਿਨਾਂ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਤਿਆਰੀ ਕਰ ਰਹੇ ਹੋ, ਤਾਂ ਮੇਰੀ ਛੋਟੀ ਜਿਹੀ ਇਹ ਇੱਕ ਕੋਸ਼ਿਸ਼ ਆ ਕਿ ਤੁਸੀਂ ਇਹ ਜਿਹੜਾ ਕਨਸੈਪਟ ਆ ਕਲੀਅਰ ਕਰੋ। ਤਾਂ ਤੁਹਾਡਾ ਇੱਕ ਲੌਂਗ ਕੁਐਸਚਨ ਆ ਜਿਹੜਾ ਜੈਂਡਰ ਇਕੁਇਟੀ ਵਾਲਾ, ਉਹ ਸੋਲਵ ਹੁੰਦਾ ਇਹਦੇ ਨਾਲ। ਓਕੇ, ਫਿਰ ਮਿਲਦੇ ਆ ਨੈਕਸਟ ਕਨਸੈਪਟ ਨਾਲ। ਥੈਂਕਸ।